ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਅੱਜ ਫਿਰ ਪੂਰਾ ਦਿਨ ਕੜਮਾਸ ਮੱਚਿਆ ਰਿਹਾ ਸਿਆਸਤ ਵਿੱਚ। ਆ ਕੱਲ ਜਿਹੜੇ ਹਰਭਜਨ ਸਿੰਘ ਕ੍ਰਿਕਟ ਵਾਲੇ ਬੀਜੇਪੀ 'ਚ ਜਾਣ ਨੂੰ ਖਾਰਜ ਕਰਦੇ ਸੀ ਅਫਵਾਹ ਨੂੰ, ਅੱਜ ਨਵਜੋਤ ਸਿੰਘ ਸਿੱਧੂ ਨਾਲ ਫੋਟੋ 'ਚ ਨਜ਼ਰ ਆ ਗਏ ਇੱਕ ਨਵੀਂ ਸੰਭਾਵਨਾ। ਦੂਜੇ ਬੰਨੇ ਸੁਖਬੀਰ ਸਿੰਘ ਬਾਦਲ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਅੰਦਰ ਦੇਣ ਦੀਆਂ ਗੱਲਾਂ ਕਰਦੇ ਰਹੇ ਤੇ ਸੁਖਜਿੰਦਰ ਰੰਧਾਵਾ ਵੱਡੇ ਮਗਰਮੱਛ ਅੰਦਰ ਦੇਣ ਦੀਆਂ ਗੱਲਾਂ ਜਲੰਧਰ 'ਚ ਕਰਦੇ ਰਹੇ। ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਅੱਜ ਚੋਣ ਕੈਂਪੇਨ ਕਮੇਟੀ 'ਚ ਤਸਵੀਰ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਊਗਾ ਕਿ ਕਾਂਗਰਸ ਆਪਣੇ ਸਾਰੇ ਦੇ ਸਾਰੇ ਪੱਤੇ ਖੋਲ ਰਹੀ ਆ, ਲੇਕਿਨ ਅਜੇ ਵਿੱਥ ਪੂਰੀ ਦੀ ਪੂਰੀ ਆ। ਸਿੱਧੂ ਸਾਹਿਬ ਨੇ ਜਿਹੜੀ ਆਪਣੀ ਫੇਸਬੁੱਕ ਪੋਸਟ ਜਾਂ ਟਵੀਟ ਕੀਤਾ ਉਹਦੇ ਵਿੱਚ ਜਾਖੜ ਦਾ ਜ਼ਿਕਰ ਕਰਨਾ ਮੁਨਾਸਬ ਨਹੀਂ ਸਮਝਿਆ। ਲੜਾਈ ਮੁੱਕੀ ਨਹੀਂ ਅਜੇ, ਲੇਕਿਨ ਤੁਰਨਾ ਇਕੱਠੇ ਆ। ਤੇ ਜੇਕਰ ਤੁਸੀਂ ਅਕਾਲੀ ਦਲ ਦੇ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਨੂੰ ਦੇਖੋਗੇ ਤਾਂ ਉਹ ਐਸਕੇ ਅਸਥਾਨਾ ਵੱਲੋਂ ਬੈਟਿੰਗ ਕਰਦੇ ਨਜ਼ਰ ਆਉਂਦੇ ਆ ਜਿਹੜੇ ਪੇਪਰ ਲੀਕ ਹੋਏ ਆ। ਐਸਕੇ ਅਸਥਾਨਾ ਜੇ ਬੋਲ ਪਏ ਤਾਂ ਕਹਿੰਦੇ ਰੰਧਾਵਾ ਔਰ ਚੰਨੀ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ। ਅਸਥਾਨਾ ਨੇ ਐਸਾ ਕੀ ਬੋਲਣਾ ਜਿਹੜਾ ਉਹਨਾਂ ਨੇ ਅਕਾਲੀ ਦਲ ਜਾਂ ਅਕਾਲੀ ਦਲ ਦੇ ਇਸ ਵੱਡੇ ਲੀਡਰ ਨੂੰ ਤਾਂ ਦੱਸਤਾ, ਲੇਕਿਨ ਆਪ ਬੋਲਣਾ ਅਜੇ ਉਹਨਾਂ ਦਾ ਬਾਕੀ ਹੈ। ਜੇਕਰ ਤੁਸੀਂ ਬੀਜੇਪੀ ਨੂੰ ਦੇਖੋਗੇ ਤਾਂ ਉਹ ਅੱਜ ਇੱਕ ਕਿਸੇ ਖਾਸ ਪੈਂਤੜੇ ਤੋਂ ਫਿਸਲਦੀ ਨਜ਼ਰ ਆਈ ਹੈ। ਜਿਵੇਂ ਪਾਣੀ ਨਹੀਂ ਫਿਰ ਜਾਂਦਾ ਕਈ ਆਸਾਂ ਤੇ, ਬੀਜੇਪੀ ਦੀ ਇੱਕ ਪੁਖਤਾ ਅਪਰੋਚ ਸੀ ਕਿ ਕਿਸੇ ਵੀ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਇਲੈਕਸ਼ਨ ਪਿੜ ਵਿੱਚ ਕੁੱਦ ਜਾਣ, ਜਿਹਨੂੰ ਅਜੇ ਤੱਕ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਸੋ ਭਾਸਕਰ ਸਾਹਿਬ, ਇਸੇ ਗੱਲ ਤੋਂ ਗੱਲ ਸ਼ੁਰੂ ਕਰ ਲਈਏ ਕਿ ਬੀਜੇਪੀ ਪਿਛਲੇ ਦਿਨਾਂ ਦੇ ਵਿੱਚ ਸਿਰ ਤੋੜ ਕੋਸ਼ਿਸ਼ ਕਰ ਰਹੀ ਸੀ ਕਿ ਵੋਟਾਂ ਦੀ ਵੰਡ ਕਈ ਪੱਧਰਾਂ ਤੇ ਹੋ ਜੇ ਤੇ ਸਾਨੂੰ ਇਹਦੇ ਵਿੱਚੋਂ ਨਿਕਲਣ ਦਾ ਰਾਹ ਮਿਲ ਜੇ। ਤੇ ਖਾਸ ਤੌਰ ਤੇ ਉਹਨਾਂ ਦੀ ਇਹ ਤਿਰਛੀ ਅੱਖ ਸੀ ਕਿ ਜੇ ਕਿਸਾਨ ਜਥੇਬੰਦੀਆਂ ਆਪਣੇ ਤੌਰ ਤੇ ਚੋਣ ਪਿੜ 'ਚ ਕੁੱਦ ਪੈਂਦੀਆਂ ਤਾਂ ਉਹ ਅਕਾਲੀਆਂ ਦੀ ਔਰ ਕਾਂਗਰਸ ਦੀ ਬਣੀ ਬਣਾਈ ਵੋਟ 10 ਤੋਂ 20 ਹਜ਼ਾਰ ਹਰ ਸੀਟ ਤੋਂ ਖਰਾਬ ਕਰ ਸਕਦੀਆਂ। ਤੇ ਜਿਹੜੇ ਸਬ ਅਰਬਨ ਏਰੀਏ ਆ ਜਾਂ ਸੈਮੀ ਅਰਬਨ ਨੇ, ਜਿਨ੍ਹਾਂ ਦੇ ਵਿੱਚ ਕਸਬੇ ਨੇ, ਜਿਨ੍ਹਾਂ ਦੇ ਨਾਲ ਪਿੰਡ ਲੱਗਦੇ ਆ, ਉਹ ਕਨਸਟੀਟੂਐਂਸੀ ਜਿਹੜੀਆਂ ਅਰਧ ਸ਼ਹਿਰੀ ਨੇ, ਜੇ ਉਹਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ 20-20 ਹਜ਼ਾਰ ਵੋਟ ਖਰਾਬ ਕਰ ਦਿੰਦੀਆਂ ਤਾਂ ਸ਼ਹਿਰੀ ਵੋਟ ਦੀ ਕੰਸੋਲੀਡੇਸ਼ਨ, ਉਹਦਾ ਪੋਲਰਾਈਜੇਸ਼ਨ, ਇੱਕ ਖਾਸ ਵਰਗ ਵਿਸ਼ੇਸ਼ ਦੀਆਂ ਵੋਟਾਂ ਤੇ ਨਜ਼ਰ ਰੱਖਣਾ, ਬੀਜੇਪੀ ਬਹੁਤ ਜ਼ੋਰ ਲਾ ਰਹੀ ਸੀ। ਪਰ ਕਿਸਾਨ ਹੈ ਕਿ ਮੰਨਦੇ ਹੀ ਨਹੀਂ। ਅੱਜ ਤੱਕ ਜਿਹੜੀ ਰਿਪੋਰਟ ਨਸ਼ਰ ਹੋ ਰਹੀ ਆ, ਜੋ ਸਾਹਮਣੇ ਆ ਰਿਹਾ ਕਿ ਕਿਸਾਨ ਜਥੇਬੰਦੀਆਂ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਨਵੀਂ ਪਾਰਟੀ ਬਣਾਉਣ ਦੀ ਗੱਲ ਤੁਰੀ ਹੀ ਨਹੀਂ। ਸ਼ੁਰੂਆਤ ਦੇ ਵਿੱਚ ਮਾੜੀ ਮੋਟੀ ਇਸ ਤਰ੍ਹਾਂ ਦੀ ਗੱਲ ਅੱਗੇ ਵਧੀ, ਲੇਕਿਨ ਕਿਸਾਨ ਜਥੇਬੰਦੀਆਂ ਇਸ ਤਰ੍ਹਾਂ ਦੇ ਕਿਸੇ ਵੀ ਦਿਸ਼ਾ ਵਿੱਚ ਵਧਣ ਤੋਂ ਇਨਕਾਰੀ ਨੇ। ਬੀਜੇਪੀ ਦੇ ਐਫਰਟਸ ਧਰੇ ਧਰਾਈ ਲੱਗਦੇ ਰਹਿ ਜਾਣੇ ਆ। ਸੋ ਮੈਨੂੰ ਇਹਦੇ ਤੋਂ ਆਪਾਂ ਗੱਲ ਤੋਰ ਕੇ ਅੱਗੇ ਵਧਨੇ ਆ। ਫਿਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਰੌਲਾ ਪਿਆ, ਸਿੱਧੂ ਸਾਹਿਬ ਨੇ ਕੱਲ ਆਪਣੀ ਚੋਣ ਕਮੇਟੀ ਦੀ ਮੀਟਿੰਗ ਸੱਦ ਲਈ ਹੈ, ਜਿਹਦੇ ਵਿੱਚ ਸਾਰੇ ਹੀ ਹੈਵੀ ਵੇਟ ਨੇ ਤੇ ਉਸ ਮੌਕੇ ਤੇ ਕਾਂਗਰਸ ਦੀ ਯੂਨਿਟੀ ਕਿਸ ਰੂਪ 'ਚ ਨਜ਼ਰ ਆਊਗੀ ਉਹ ਉੱਤੇ ਵੀ ਨਜ਼ਰ ਰੱਖਣੀ ਪਊਗੀ। ਲੇਕਿਨ ਫਿਲਹਾਲ ਬੀਜੇਪੀ ਦੀਆਂ ਆਸਾਂ ਤੇ ਪਾਣੀ ਫਿਰਦਾ ਦਿਸਦਾ ਹੈ। ਰੰਧਾਵਾ ਜੀ, ਜਿਹੜੀ ਅਗਰ ਸਿਆਸੀ ਆਸਾਵਾਂ ਦੀ ਗੱਲ ਕਰੀਏ, ਖਾਸ ਕਰਕੇ ਜਿਹੜੀ ਆਸਾਂ ਹੈਗੀ ਹੈ ਬੀਜੇਪੀ ਨੂੰ ਕਿਸਾਨੀ ਤੇ, ਔਰ ਤਕਰੀਬਨ ਸਾਰੀ ਪੋਲੀਟੀਕਲ ਪਾਰਟੀ ਇਸ ਟਾਈਮ ਇੱਕ ਮੈਪ ਨੂੰ ਡਿਸਕਸ ਕਰ ਰਹੀ ਹੈ, ਕਿਹੜੀ ਸੀਟ ਤੇ ਕੌਣ ਖੜਾ ਹੋਏ ਤੇ ਕਿਹਦੀ ਵੋਟ ਕਿਹਨੂੰ ਜਾਏਗੀ ਤੇ ਕਿੱਦਾਂ ਕਿਸੇ ਦੂਜੀ ਪਾਰਟੀ ਦੀ ਵੋਟ ਆਪਣੇ ਵੱਲ ਲੈ ਕੇ ਆ ਸਕਦੇ ਆ। ਉਸ ਕਵਾਇਦ ਦੇ ਵਿੱਚ ਹੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਹੜੇ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਹੁਣੇ ਲੋਟੇ ਨੇ, ਵਾਪਸ ਆਏ ਨੇ, ਤੇ ਉਹ ਕਿਸ ਰੁਖ ਨੂੰ ਅਪਣਾਉਂਦੇ ਨੇ, ਇਹਦੇ ਉੱਤੇ ਭਾਜਪਾ ਦਾ ਬਹੁਤ ਜ਼ਬਰਦਸਤ ਇੱਕ ਧਿਆਨ ਹੈਗਾ। ਜੀ ਕਾਰਨ ਕਿ ਵੱਖਰਾ ਪਲੇਟਫਾਰਮ ਬਣਾ ਕੇ ਉਹ ਇਲੈਕਸ਼ਨ ਲੜਦੇ ਨੇ ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਬੀਜੇਪੀ ਦਾ ਕੋਈ ਬਹੁਤਾ ਆਧਾਰ ਨਹੀਂ, ਔਰ ਖਾਸ ਕਰਕੇ ਕਿਸਾਨੀ ਅੰਦੋਲਨ ਕਰਕੇ ਤੇ ਉਹਨਾਂ ਦੀ ਕੋਈ ਪੁੱਛਗਿੱਛ ਵੀ ਨਹੀਂ ਹੁਣ ਪਿੰਡਾਂ ਦੇ ਵਿੱਚ ਰਹਿ ਗਈ। ਜੇ ਕਿਸਾਨ ਆਪਣੀ ਪਾਰਟੀ, ਆਪਣਾ ਪਲੇਟਫਾਰਮ ਬਣ ਕੇ ਲੜਦੇ ਨੇ ਤੇ ਇਹਦਾ ਸਿੱਧਾ ਫਾਇਦਾ ਭਾਜਪਾ ਨੂੰ ਹੁੰਦਾ ਹੈ। ਜਿੱਦਾਂ ਚੜੂਨੀ ਸਾਹਿਬ ਨੇ ਕਾਫੀ ਟਾਈਮ ਪਹਿਲੇ ਹੀ ਮਿਸ਼ਨ ਪੰਜਾਬ ਦੇ ਨਾਂ ਤੇ ਆਪਣੀ ਕਵਾਇਦ ਸ਼ੁਰੂ ਕੀਤੀ ਸੀਗੀ, ਔਰ ਕੁਝ ਕਿਸਾਨ ਇਹ ਕਹਿੰਦੇ ਹੋਏ ਵੀ ਸੁਣੇ ਗਏ ਕਿ ਚੜੂਨੀ ਸਾਹਿਬ ਦੀ ਇਸ ਮੁਹਿੰਮ ਦੇ ਪਿੱਛੇ ਭਾਜਪਾ ਹੈ, ਕਿਉਂਕਿ ਦੂਜੀ ਪੋਲੀਟੀਕਲ ਜਿਹੜੀ ਖਾਸ ਕਰਕੇ ਕਿਸਾਨੀ ਜਥੇਬੰਦੀਆਂ ਸੀਗੀ, ਜਦ ਤੱਕ ਉਹ ਸੰਯੁਕਤ ਮੋਰਚੇ ਦੇ ਬੈਨਰ ਤਲੇ ਬਾਰਡਰਾਂ ਤੇ ਬੈਠੀ ਸੀਗੀ
ਤਦ ਤੱਕ ਉਹਨਾਂ ਨੇ ਸਾਫ਼ ਤੌਰ ਤੇ ਇਨਕਾਰ ਕੀਤਾ ਸੀਗਾ ਕਿ ਜਦ ਤੱਕ ਸਾਡਾ ਅੰਦੋਲਨ ਚੱਲਦਾ ਹੈ ਅਸੀਂ ਆਪਣਾ ਧਿਆਨ ਇੱਥੇ ਹੀ ਕੇਂਦਰਿਤ ਕਰਨਾ ਹੈ ਤੇ ਅਸੀਂ ਪੋਲਿਟਿਕਸ ਦੇ ਵਿੱਚ ਨਹੀਂ ਜਾਣਾ। ਚਲੋ ਹੁਣ ਤੇ ਉਹ ਮੋਰਚੇ ਮੁੱਕ ਗਏ ਨੇ, ਹੁਣ ਸਿਆਸੀ ਕਵਾਇਦ ਵੀ ਸ਼ੁਰੂ ਹੋ ਸਕਦੀ ਹੈ, ਪਰ ਜਿਹੜੀ ਚਰੂਨੀ ਸਾਹਿਬ ਨੇ ਮਿਸ਼ਨ ਪੰਜਾਬ ਵਾਲੀ ਮੁਹਿੰਮ ਸ਼ੁਰੂ ਕੀਤੀ ਸੀ ਉਹਨੂੰ ਕੋਈ ਬਹੁਤ ਵੱਡਾ ਹੁੰਗਾਰਾ ਪੰਜਾਬ ਦੇ ਵਿੱਚ ਨਹੀਂ ਮਿਲਿਆ। ਪਰ 3-4 ਦਿਨਾਂ ਤੋਂ ਇਹ ਗੱਲਾਂ ਚੱਲਦੀ ਸੀ ਵੀ ਰਾਜੇਵਾਲ ਉਹਨਾਂ ਕੋਈ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ। ਹਾਲਾਂਕਿ ਰਾਜੇਵਾਲ ਉਹਨਾਂ ਨੇ ਅੱਜ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਕਿ ਮੇਰੀ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਗੱਲ ਚੱਲਦੀ ਹੈ, ਨਾ ਹੀ ਕਿਸੇ ਨੇ ਮੈਨੂੰ ਅਪਰੋਚ ਕੀਤਾ, ਤੇ ਅਸੀਂ ਜੋ ਵੀ ਕੋਈ ਡਿਸੀਜਨ ਲਵਾਂਗੇ ਉਹ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਬਾਅਦ ਹੀ ਲਵਾਂਗੇ। ਉਹ ਮੀਟਿੰਗ ਅੱਜ ਹੋਈ ਵੀ, ਪਰ ਉਸ ਮੀਟਿੰਗ ਦੇ ਵਿੱਚ ਫਿਲਹਾਲ ਇਹ ਡਿਸੀਜਨ ਲਿੱਤਾ ਗਿਆ ਕਿ ਜਿਹੜੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੈਗੀ ਹੈ, ਜਿਹੜੀ ਪਹਿਲੇ 17 ਤਰੀਕ ਨੂੰ ਸੀ ਹੁਣ 20 ਤਰੀਕ ਨੂੰ ਹੈਗੀ ਹੈ, ਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਪੋਸਟਪੋਨ ਕਰਨ ਦਾ ਫੈਸਲਾ ਪੰਜਾਬ ਸਰਕਾਰ ਦਾ ਸੀਗਾ ਤੇ ਅਸੀਂ ਹੁਣ 20 ਤਰੀਕ ਵਾਲੀ ਮੀਟਿੰਗ ਨੂੰ ਅਟੈਂਡ ਨਹੀਂ ਕਰਾਂਗੇ। ਪਰ ਜਿੱਥੇ ਤੱਕ ਪੋਲੀਟੀਕਲ ਡਿਸੀਜਨ ਲੈਣ ਦੀ ਗੱਲ ਹੈਗੀ ਹੈ, ਅੱਜ ਵੀ ਸੰਯੁਕਤ ਕਿਸਾਨ ਮੋਰਚੇ ਦੀ ਤਰਫੋਂ ਕੋਈ ਐਦਾਂ ਦਾ ਡਿਸੀਜਨ ਨਹੀਂ ਲਿੱਤਾ ਗਿਆ। ਹਾਂ, ਤੁਹਾਡੀ ਗੱਲ ਠੀਕ ਹੈ ਕਿ ਭਾਜਪਾ ਇਹ ਦਿਲੋਂ ਚਾਹੁੰਦੀ ਹੈ ਕਿ ਵੀ ਕਿਸੇ ਵੀ ਤਰੀਕੇ ਨਾਲ ਕਿਸਾਨ ਇਲੈਕਸ਼ਨ ਲੜਨ, ਔਰ ਉਹਨਾਂ ਦੇ ਇਲੈਕਸ਼ਨ ਲੜਨ ਤੋਂ ਅਗਰ ਅਰਬਨ ਵੋਟ ਨੂੰ ਉਹ ਆਪਣਾ ਰਿਟੇਨ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ, ਜਿਹਦੇ ਵਿੱਚ ਹਿੰਦੂ ਡੋਮੀਨੇਟਡ ਕਨਸਟੀਚੁਐਂਸੀਜ਼ ਵੀ ਕਾਫੀ ਸਾਰੀ ਹੈਗੀਆਂ, ਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਜਿੱਤ ਮਿਲ ਸਕਦੀ ਹੈ। ਪਰ ਇਹ ਸੋਚ ਸੱਚ ਸਾਬਿਤ ਹੁੰਦੀ ਹੈ ਹਜੇ ਦਿੱਲੀ ਦੂਰ ਹੈ। ਪਰ ਚਲੋ ਗੱਲ ਤੇ ਤੁਰੀ ਹੈ, ਭਾਵੇਂ ਮਿਸ਼ਨ ਪੰਜਾਬ ਦੇ ਥਰੂ ਹੀ ਤੁਰੀ ਹੋਏ, ਕਿਉਂਕਿ ਦੁਆਬਾ ਦੇ ਵਿੱਚ ਵੀ ਇਹ ਗੱਲਾਂ ਚੱਲ ਰਹੀ ਹੈ ਕਿ 2-4 ਦਿਨਾਂ ਦੇ ਵਿੱਚ ਕੋਈ ਪਾਰਟੀ ਬਣ ਜਾਏਗੀ। ਔਰ ਖਾਸ ਕਰਕੇ ਦੁਆਬਾ ਬੈਲਟ ਜਿਹੜੀ ਆਲੂ ਦੇ ਕਿਸਾਨ ਜਾਂ ਆਲੂ ਪੋਟੈਟੋ ਬੈਲਟ ਦੇ ਨਾਂ ਤੇ ਜਾਣਦੇ ਆ, ਇਹਦੇ ਵਿੱਚ ਕਾਫੀ ਸਾਰੇ ਕਿਸਾਨ ਕਮਰ ਕੱਸ ਕੇ ਬੈਠੇ ਹੋਏ ਨੇ ਕਿ ਅਸੀਂ ਇਲੈਕਸ਼ਨ ਲੜਨੇ ਆ। ਉਹਦੇ ਵਿੱਚ ਕਿਹੜੀ ਕਿਹੜੀ ਜਥੇਬੰਦੀ ਉਹਨਾਂ ਦਾ ਸਾਥ ਦਿੰਦੀ ਹੈ, ਕਿ ਰਾਜੇਵਾਲ ਉਹਨਾਂ ਵੀ ਕੋਈ ਏਦਾਂ ਦਾ ਡਿਸੀਜਨ ਲੈਂਦੇ ਨੇ ਕਿ ਆਉਣ ਵਾਲੇ ਟਾਈਮ ਵਿੱਚ ਉਹ ਚੋਣਾਂ ਲੜਦੇ ਨੇ ਜਾਂ ਵੱਖਰੀ ਪਾਰਟੀ ਬਣਾ ਕੇ ਲੜਦੇ ਨੇ। ਖੈਰ ਵੱਖਰੀ ਪਾਰਟੀ ਦਾ ਤੇ ਟਾਈਮ ਲੰਘ ਗਿਆ। ਜੇ ਆਮ ਆਦਮੀ ਪਾਰਟੀ ਨਾਲ ਜਾਂ ਕਿਸੇ ਵੀ ਹੋਰ ਪੋਲੀਟੀਕਲ ਪਾਰਟੀ ਨਾਲ ਜੁੜ ਕੇ ਰਾਜਨੀਤੀ ਦੇ ਖੇਤਰ ਦੇ ਵਿੱਚ ਆਉਂਦੇ ਨੇ ਤੇ ਇਹਦਾ ਫਾਇਦਾ ਉਹ ਭਾਜਪਾ ਨੂੰ ਜ਼ਰੂਰ ਹੋ ਸਕਦਾ ਹੈ। ਔਰ ਖਾਸ ਕਰਕੇ ਵੱਖਰੇ ਦੇਖੋ ਅਗਰ ਇਹ ਲੜਦੇ ਨੇ ਤੇ ਫਿਰ ਭਾਜਪਾ ਨੂੰ ਇਹਦਾ ਸਿੱਧਾ ਫਾਇਦਾ ਹੁੰਦਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਬੀਜੇਪੀ ਦੀ ਇੱਕ ਤੈਅਸ਼ੁਦਾ ਨੀਤੀ ਹੈ, ਉਹਨਾਂ ਨੇ ਜੋ ਕਰਨਾ ਹੁੰਦਾ ਉਹ ਨੱਕ ਦੀ ਸੇਧ ਨੂੰ ਚੱਲਦੀ ਹੈ, ਕਿਉਂਕਿ ਉਹਨਾਂ ਦੇ ਪਿੱਛੇ ਥਿੰਕਰ ਨੇ। ਪਹਿਲਾਂ ਉਹ ਤੈਅ ਕਰ ਲੈਂਦੇ ਆ ਕਿ ਆਪਾਂ ਇਹ ਸਫ਼ਰ ਕਰਨਾ ਹੈ, ਇਸ ਰਸਤੇ ਤੇ ਜਾਣਾ ਹੈ। ਸੋ ਬੀਜੇਪੀ ਦੀ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਬਹੁਤ ਦਿਸ਼ਾਵੀ, ਬਹੁਤ ਧਰਾਵੀ ਮੁਕਾਬਲਿਆਂ ਦੀ ਪੂਰੀ ਕਵਾਇਦ ਸੀ। ਉਹਨਾਂ ਦੇ ਮਨ 'ਚ ਇਹ ਸੀਗਾ ਕਿ ਵੋਟ ਵੰਡ ਕਿੰਨੀ ਜਗ੍ਹਾ ਤੇ ਹੁੰਦੀ ਹੈ, ਇਹਦਾ ਸਾਨੂੰ ਫਾਇਦਾ ਹੈ। ਔਰ ਉਹਦੇ ਸਭ ਤੋਂ ਅਹਿਮ ਸਵਾਲ ਸੀਗਾ ਕਿ ਬੀਜੇਪੀ ਨਾਲ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਦਾ ਅੰਕੜਾ ਅਜੇ ਵੀ 36 ਦਾ ਦਿਸਦਾ ਹੈ। ਔਰ ਬੀਜੇਪੀ ਨੂੰ ਇਹ ਵਾਰਾ ਖਾਂਦਾ ਹੈ ਕਿ ਸਾਡਾ ਸਖਤ ਵਿਰੋਧ ਕਰਨ, ਤੇ ਜਿਹੜੀ ਵੋਟ ਕੰਸੋਲੀਡੇਟ ਹੋਣੀ ਹੈ ਸਾਡੇ ਹੱਕ 'ਚ, ਕਿਉਂਕਿ ਬੀਜੇਪੀ ਅਕਸਰ 23 ਕੁ ਸੀਟਾਂ ਤੇ ਲੜਦੀ ਰਹੀ ਹੈ। ਬੀਜੇਪੀ ਸ਼ਹਿਰੀ ਸੀਟਾਂ ਦੇ ਉੱਤੇ ਆਪਣਾ ਅਸਰ ਸੂਖ ਤੇ ਕੈਂਡੀਡੇਟ ਪੁਰਾਣੇ ਰੱਖਦੀ ਹੈ। ਭਾਵੇਂ ਇਸ ਅੰਦੋਲਨ ਨੇ ਉਹਨਾਂ ਨੂੰ ਬਹੁਤ ਸੱਟ ਮਾਰੀ ਹੈ, ਅਨਿਲ ਜੋਸ਼ੀ ਵਰਗੇ ਉਮੀਦਵਾਰ ਚਲੇ ਗਏ ਨੇ, ਲੇਕਿਨ ਫਿਰ ਵੀ ਉਹਨਾਂ ਕੋਲ ਅਜੇ ਵੀ ਉੱਥੇ ਇੱਕ ਆਪਣਾ ਬੇਸ ਹੈਗਾ ਜਿਹੜਾ ਬੂਥ ਪੱਧਰ ਤੇ ਸੀਗਾ। ਦੂਜੀ ਗੱਲ, ਉਹਨਾਂ ਨੂੰ ਉਹਨਾਂ ਸੀਟਾਂ ਬਾਰੇ ਵੀ ਪਤਾ ਹੈ। ਜਿਵੇਂ ਤੁਸੀਂ ਜੇ ਮਾਝਾ ਖੇਤਰ ਦੀ ਗੱਲ ਕਰੋ ਤੇ ਬਟਾਲਾ ਦੇ ਵਿੱਚ ਪਿਛਲੀ ਵਾਰੀ ਲਖਬੀਰ ਸਿੰਘ ਲੋਧੀ ਨੰਗਲ ਜਿੱਤਦੇ ਆ, ਕਿਉਂਕਿ ਅਸ਼ਵਨੀ ਸੇਖੜੀ ਦੇ ਨਾਲ ਉੱਥੋਂ ਗੁਰਪ੍ਰੀਤ ਘੁੱਗੀ ਆਮ ਆਦਮੀ ਪਾਰਟੀ ਵੱਲੋਂ ਲੜਦੇ ਸੀ। ਜਿਹੜੀਆਂ ਬਟਾਲੇ ਦੇ ਨਾਲ ਲੜਦੇ ਪਿੰਡ ਆ ਉਹਨਾਂ ਦੀ ਗਿਣਤੀ ਲਗਭਗ ਮੇਰੇ ਖਿਆਲ 50 ਤੋਂ 100 ਦੇ ਦਰਮਿਆਨ। ਸੋ ਜੇ ਉੱਥੋਂ 10 ਤੋਂ 20,000 ਵੋਟ ਕਿਸਾਨ ਜਥੇਬੰਦੀਆਂ ਇਸ ਤਰ੍ਹਾਂ ਦੀਆਂ ਅਰਧ ਸ਼ਹਿਰੀ ਸੀਟਾਂ ਜਿਨ੍ਹਾਂ ਦੇ ਵਿੱਚ ਬੀਜੇਪੀ ਦਾ ਆਪਣਾ ਅੰਦਰ ਵੱਲ ਇੱਕ ਆਧਾਰ ਦਿਸਦਾ ਉਹਨਾਂ ਨੂੰ, ਜਾਂ ਉਹ ਆਧਾਰ ਸਮਝਦੇ ਕਿ ਅਸੀਂ ਬਣਾ ਲਾਂਗੇ, ਸੋ ਉਹ 50 ਸੀਟਾਂ ਤੱਕ ਫਾਈਟ ਵਿੱਚ ਆਉਣ ਲਈ ਇੱਕ ਪਲੈਨਿੰਗ ਦੇ ਅੱਗੇ ਵਧਾ ਰਹੇ ਸੀਗੇ ਕਿ ਅਸੀਂ ਘੱਟੋ ਘੱਟ 50 ਸੀਟਾਂ ਤੇ ਫਾਈਟ ਦੇ ਸਕੀਏ, ਤੇ ਬਾਕੀ ਸੀਟਾਂ ਦੇ ਵਿੱਚ ਢੀਂਡਸਾ ਔਰ ਕੈਪਟਨ ਅਮਰਿੰਦਰ ਸਿੰਘ ਨਾਲ ਆਉਣ ਵਾਲੇ ਲੋਕ ਤੇ ਅਸੀਂ ਇੱਕ ਪੰਜਾਬ ਦੀ ਰਾਜਨੀਤੀ 'ਚ ਬਰਾਬਰ ਦੀ ਧਿਰ ਬਣ ਜਾਈਏ, ਜਿਹੜੀ ਪਹਿਲਾਂ ਕਿਤੇ ਵੀ ਦਿਸਦੀ ਨਹੀਂ ਸੀ। ਆ ਕੋਈ ਜਜ਼ਬਾਤੀ ਲੋਕ ਬਿਲਕੁਲ ਨਹੀਂ ਮੰਨਣਗੇ ਇਸ ਗੱਲ ਨੂੰ ਕਿ ਤਾਂ ਕੋਰੀ ਅਫਵਾਹ ਹੈ, ਬੀਜੇਪੀ ਦਾ ਕੁਝ ਵੀ ਨਹੀਂ ਬਣਨਾ ਇੱਥੇ। ਲੇਕਿਨ ਜੇ ਕੁਝ ਵੀ ਨਾ ਬਣੇ ਤੇ ਵੋਟ ਪ੍ਰਤੀਸ਼ਤਤਾ ਤੁਹਾਨੂੰ ਜ਼ਰੂਰ ਦੇਖਣੀ ਪਊਗੀ ਕਿ ਜਿਹੜਾ ਗਰਾਊਂਡ ਦੇ ਥੱਲੇ ਉਹ ਕੰਮ ਕਰ ਰਹੇ ਆ ਲੋਕ। ਸੋ ਉਹਨਾਂ ਦੀ ਕੋਸ਼ਿਸ਼ ਜਿਹੜੀ ਸੀ ਉਹ ਹੁਣ ਤੱਕ ਕਿਸਾਨ ਜਥੇਬੰਦੀਆਂ ਨੇ ਨਾਕਾਮ ਕਰਤੀ ਹੈ। ਇਹ ਲੀਡਰ ਜਿਹੜੇ ਸਾਲ ਭਰ ਤੋਂ ਦਿੱਲੀ ਬੈਠੇ ਸੀ, ਬੜੇ
ਚੇਤਨ ਹੋ ਗਏ ਆ, ਜਾਗਰੂਕ ਹੋ ਗਏ ਆ, ਸਮਝਦਾਰ ਵੀ ਹੋ ਗਏ ਆ, ਸਿਆਸੀ ਦਾਅ ਪੇਚ ਵੀ ਜਾਣ ਗਏ ਨੇ, ਸਰਕਾਰਾਂ ਕਿਵੇਂ ਕੰਮ ਕਰਦੀਆਂ ਉਹਨੂੰ ਵੀ ਜਾਣ ਗਏ ਨੇ, ਕਿੱਥੋਂ ਕਿੱਥੋਂ ਕਿਹੜੀ ਤੰਦ ਫੜੀ ਜਾਂਦੀ ਉਹਨੂੰ ਵੀ ਜਾਣ ਗਏ ਆ। ਸੋ ਬੀਜੇਪੀ ਨੂੰ ਚੋਣ ਦੇ ਐਨ ਸਿਰੇ ਤੇ ਆ ਕੇ ਇਸ ਗੱਲ ਦੇ ਵਿੱਚ ਬਹੁਤੀ ਸਫਲਤਾ ਮਿਲਦੀ ਦਿਸ ਨਹੀਂ ਰਹੀ ਕਿ ਕਿਸਾਨ ਜਥੇਬੰਦੀਆਂ ਬੀਜੇਪੀ ਦੇ ਖਿਲਾਫ ਜੇ ਨੈਰੇਟਿਵ ਸਿਰਜ ਕੇ ਅੱਗੇ ਵਧਦੀਆਂ ਤਾਂ ਇੱਕ ਪਾਸਿਓਂ ਜਿਹੜੀ ਉਹ ਵੋਟ ਲੈ ਕੇ ਆਉਣਗੇ, ਜੇ ਉਹ ਲੜਦੇ ਆ ਜੋ ਬੀਜੇਪੀ ਸੋਚਦੀ ਸੀ, ਉਹ ਵੋਟ ਖਰਾਬ ਕਿਹਦੀ ਹੋ ਰਹੀ ਆ? ਬੀਜੇਪੀ ਦੇ ਸ਼ਰੀਕਾਂ ਦੀ, ਅਕਾਲੀਆਂ ਔਰ ਕਾਂਗਰਸ ਦੀ। ਔਰ ਜਿਹੜੀ ਕੰਸੋਲੀਡੇਸ਼ਨ ਹੈ, ਜਿਹੜੀ ਵੋਟਾਂ ਦਾ ਧਰੁਵੀਕਰਨ ਹੈ, ਉਹ ਬੀਜੇਪੀ ਦੇ ਹੱਕ ਦੇ ਵਿੱਚ ਹੋਣ ਦੀ ਸੰਭਾਵਨਾ ਬਣਦੀ ਸੀ। ਛੱਡਦੇ ਨੇ ਗੱਲ ਨੂੰ, ਉਹਨਾਂ ਦੀਆਂ ਆਸਾਂ ਟੁੱਟੀਆਂ ਨੇ। ਤੁਸੀਂ ਟਿੱਪਣੀ ਦੇ ਦਿਓ, ਆਪਾਂ ਅੱਗੇ ਚੱਲੀਏ ਫਿਰ। ਬਿਲਕੁਲ ਤੁਸੀਂ ਗੱਲ ਠੀਕ ਕਰ ਰਹੇ ਹੋ। ਇਸ ਟਾਈਮ ਜਿੰਨੇ ਵੀ ਪੋਲੀਟੀਕਲ ਪਲੇਟਫਾਰਮ ਜਾਂ ਪੋਲੀਟੀਕਲ ਪਾਰਟੀਆਂ ਹੈਗੇ ਨੇ, ਉਹ ਆਪਣੀ ਰਣਨੀਤੀ ਦੇ ਨਾਲ ਉਹ ਕਿਹੜੀ ਵੋਟਾਂ ਕਿੱਥੇ ਜਾਣਗੀਆਂ। ਜਿੱਦਾਂ ਹੁਣ ਕਾਂਗਰਸ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਬਹੁਤਾ ਧਿਆਨ ਅਰਬਨ ਸੀਟਾਂ ਦੇ ਉੱਤੇ ਹੈਗਾ ਕਿ ਹਿੰਦੂ ਵੋਟ ਕਿੱਥੇ ਜਾਏਗੀ। ਹਾਲਾਂਕਿ ਹਿੰਦੂ ਵੋਟ ਨੂੰ ਜਦ ਗੱਲ ਕਰਦੇ ਨੇ ਕਿ ਇਹ ਮੰਨਿਆ ਜਾਂਦਾ ਵੀ ਅਕਾਲੀਆਂ ਨੂੰ ਅਗਰ ਹਿੰਦੂ ਵੋਟ ਮਿਲਦੀ ਸੀ ਤੇ ਉਹਨਾਂ ਦਾ ਭਾਜਪਾ ਦੇ ਨਾਲ ਅਲਾਈਅੰਸ ਸੀਗਾ, ਉਹੀ ਇੱਕ ਮੁੱਖ ਵਜ੍ਹਾ ਸੀਗੀ ਜੋ ਇਸ ਕੰਬੀਨੇਸ਼ਨ ਦੇ ਰਾਹੀਂ ਉਹ ਕਈ ਅਰਬਨ ਸੀਟਾਂ ਦੇ ਵਿੱਚ, ਜਿਹਨੂੰ ਆਪਾਂ ਹਿੰਦੂ ਡੋਮੀਨੇਟਡ ਸੀਟਾਂ ਵੀ ਕਹਿੰਦੇ ਆ, ਉੱਥੇ ਉਹ ਜਿੱਤਦੇ ਰਹੇ ਸੀ। ਭਾਵੇਂ ਭਾਜਪਾ ਦੇ ਖਾਤੇ ਦੇ ਵਿੱਚ ਅਕਾਲੀ ਵੋਟਾਂ ਪੈ ਜਾਂਦੀ ਸੀ ਤੇ ਉਹ ਜਿੱਤ ਜਾਂਦੇ ਸੀਗੇ। ਹੁਣ ਇਹ ਕੰਬੀਨੇਸ਼ਨ ਤੇ ਹਿਲ ਗਿਆ। ਦੂਜੇ ਪਾਸੇ ਜਿਹੜੇ ਅਕਾਲੀ ਦਲ ਹੈਗੇ ਆ, ਉਹਨਾਂ ਦਾ ਆਧਾਰ ਸੀਗਾ ਪੰਥਕ ਵੋਟ ਤੇ ਦੂਜੇ ਪਾਸੇ ਕਿਸਾਨ। ਉਹ ਦੋਨੋਂ ਪਾਸੋਂ ਹਿਲਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਦਾ ਬੇਸ। ਕਾਰਨ ਕਿ ਪੰਥਕ ਵੋਟਾਂ ਵੀ ਉਹਨਾਂ ਤੋਂ 2017 ਦੇ ਵਿੱਚ ਹੀ ਦੂਰ ਚਲੀ ਗਈ ਸੀ ਔਰ ਹਜੇ ਤੱਕ ਉਹ ਵਾਪਸ ਆਈ ਨਹੀਂ, ਕਿਉਂਕਿ ਉਹ ਜਿਹੜੇ ਬੇਅਦਬੀ ਦੇ ਮੁੱਦੇ ਨੇ ਉਹ ਅਦਾਲਤਾਂ ਦੇ ਵਿੱਚ ਹਜੇ ਵੀ ਉਦਾਂ ਹੀ ਤੁਰਦੇ ਫਿਰਦੇ ਰਹਿੰਦੇ ਨੇ, ਉਹਦਾ ਕੋਈ ਫੈਸਲਾ ਹੋਇਆ ਨਹੀਂ। ਔਰ ਜਿੱਥੇ ਤੱਕ ਕਿਸਾਨੀ ਮੁੱਦੇ ਹੈਗੇ ਆ, ਉਹਨਾਂ ਮੁੱਦਿਆਂ ਦੇ ਉੱਤੇ ਹਜੇ ਤੱਕ ਅਕਾਲੀ ਦਲ ਆਪਣੇ ਆਪ ਨੂੰ ਪਾਕ ਸਾਫ਼ ਸਾਬਿਤ ਕਰਕੇ ਅੱਗੇ ਨਹੀਂ ਵਧ ਸਕੀ। ਕਾਰਨ ਜੋ ਬਾਦਲ ਸਾਹਿਬ, ਸੁਖਬੀਰ ਬਾਦਲ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਸ਼ੁਰੂ ਵਿੱਚ ਇਹਨਾਂ ਤਿੰਨਾਂ ਕਾਨੂੰਨਾਂ ਦੀ ਤਾਰੀਫ ਕਰਦੇ ਸੀਗੇ, ਉਹ ਵੀਡੀਓ ਅੱਜ ਵੀ ਵਾਇਰਲ ਉਸ ਤਰੀਕੇ ਨਾਲ ਹੀ ਹੋ ਰਹੀ ਹੈ। ਤੇ ਤੀਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ, ਉਹ ਵੀ ਆਪਣਾ ਇੱਕ ਵੋਟ ਬੈਂਕ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਵੀ ਆਈਟੀ ਦੀ ਟੀਮ ਜਾਂ ਸੋਸ਼ਲ ਮੀਡੀਆ ਦੀ ਟੀਮ ਕਹੀਏ, ਉਹ ਇੰਨੀ ਕੁ ਸੋਲਿਡ ਰੱਖੀ ਹੋਈ ਹੈ ਕਿ ਤਕਰੀਬਨ ਸਾਰੇ ਮੀਡੀਆ ਹਾਊਸਸ ਦੇ ਨਾਲ ਉਹਨਾਂ ਦੀ ਗੱਲਬਾਤ ਚੱਲਦੀ ਵੀ ਪਈ ਹੈ ਔਰ ਸਾਰਿਆਂ ਦੇ ਨਾਲ ਉਹਨਾਂ ਦੀ ਏਦਾਂ ਦੀ ਕੋਈ ਸੈਟਿੰਗ ਹੋ ਚੁੱਕੀ ਹੈ ਜਿਹਦੇ ਹਿਸਾਬ ਨਾਲ ਆਪਣੀ ਐਕਟੀਵਿਟੀਜ਼ ਨੂੰ ਸੋਸ਼ਲ ਮੀਡੀਆ ਦੇ ਵਿੱਚ ਪੁਰਜੋਰ ਤਰੀਕੇ ਨਾਲ ਉਠਾਇਆ ਜਾ ਸਕੇ। ਖੈਰ ਇਹ ਕਵਾਇਦ ਸਾਰੀ ਪਾਰਟੀਆਂ ਕਰ ਰਹੀਆਂ। ਕੇਜਰੀਵਾਲ ਸਾਹਿਬ, ਮੈਂ ਕੇਜਰੀਵਾਲ ਸਾਹਿਬ ਦੇ ਮਾਮਲੇ 'ਚ ਇੱਕ ਤੁਹਾਡੇ ਤੋਂ ਮਾਫੀ ਮੰਗ ਲਵਾਂ, ਕਿਉਂਕਿ ਤੁਸੀਂ ਜ਼ਿਕਰ ਆਮ ਆਦਮੀ ਪਾਰਟੀ ਦਾ ਕਰ ਰਹੇ ਹੋ। ਤੇ ਭਾਸਕਰ ਸਾਹਿਬ, ਜਿਹੜੀ ਅੱਜ ਜਲੰਧਰ 'ਚ ਤੁਹਾਡੇ ਸ਼ਹਿਰ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ। ਦੇਖੋ, ਅੰਮ੍ਰਿਤਸਰ ਸਾਹਿਬ, ਜੇ ਤੁਸੀਂ ਦਰਬਾਰ ਸਾਹਿਬ ਨੂੰ ਪੰਜਾਬ ਦੀ ਮਾਨਸਿਕਤਾ ਚੋਂ ਪਾਸੇ ਕਰ ਲੋਗੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਤੁਸੀਂ ਧਿਆਨ ਤੋਂ ਪਰੇ ਕਰੋਗੇ, ਤਾਂ ਤੁਹਾਨੂੰ ਥੋੜਾ ਮੁਸ਼ਕਲ ਹੁੰਦਾ ਹੈ ਇੱਥੋਂ ਦੀ ਜੜ ਨੂੰ ਸਮਝਣਾ, ਸਿੱਖ ਮਾਨਸਿਕਤਾ ਨੂੰ ਸਮਝਣਾ। ਜੇ ਅੰਮ੍ਰਿਤਸਰ ਦੇ ਵਿਕਾਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡਾ ਯੋਗਦਾਨ ਨਹੀਂ ਪਾਇਆ ਤੇ ਕੀਮਤ ਉਹਨਾਂ ਨੂੰ ਵੀ ਅਦਾ ਕਰਨੀ ਪਈ। ਜਦੋਂ ਉਹ ਜਲੰਧਰ ਦੇ ਵਿੱਚ ਇੱਕ ਇੰਟਰਨੈਸ਼ਨਲ 에ਅਰਪੋਰਟ ਖੋਲਣ ਦੀ ਗੱਲ ਕਰਦੇ ਆ, ਤਾਂ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਉਹ ਅੰਮ੍ਰਿਤਸਰ ਨੂੰ ਇਗਨੋਰ ਕਰ ਰਹੇ ਹੋਣ। ਮੈਂ ਬੰਗਲੌਰ ਦੀ ਉਦਾਹਰਨ ਦੇਣਾ ਚਾਹੂੰਗਾ, ਜਿੱਥੇ ਲਗਭਗ 80-90-100 ਕਿਲੋਮੀਟਰ ਤੁਹਾਨੂੰ 에ਅਰਪੋਰਟ ਜਾਣ ਲਈ ਸ਼ਹਿਰ ਤੋਂ ਟਰੈਵਲ ਕਰਨਾ ਪੈਂਦਾ, 60-70 ਕਿਲੋਮੀਟਰ ਤਾਂ ਆਮ ਗੱਲ ਆ। ਔਰ ਜਲੰਧਰ ਤੇ ਅੰਮ੍ਰਿਤਸਰ ਦਾ ਜਿਹੜਾ ਫਾਸਲਾ ਉਹ ਵੀ 80 ਕਿਲੋਮੀਟਰ ਦਾ। ਮਹਾਨਗਰ ਜਦੋਂ ਬਣ ਰਹੇ ਨੇ ਤੇ ਉਦੋਂ ਇੰਟਰਨੈਸ਼ਨਲ 에ਅਰਪੋਰਟ ਜਿਹੜੇ ਆ, ਉਹਨਾਂ ਦੇ ਵਿਕਾਸ ਨੂੰ ਲੈ ਕੇ ਬੜੀਆਂ ਸੰਭਾਵਨਾਵਾਂ ਸੀਮਤ ਹੋ ਜਾਂਦੀਆਂ, ਕਿਉਂਕਿ 100 ਕਿਲੋਮੀਟਰ 150 ਕਿਲੋਮੀਟਰ ਦੇ ਵਿੱਚ ਤੁਸੀਂ ਇੱਕ ਤੋਂ ਵੱਧ 에ਅਰਪੋਰਟ ਨਹੀਂ ਬਣਾ ਸਕਦੇ। ਕੰਪੀਟੀਸ਼ਨ ਬਹੁਤ ਜ਼ਿਆਦਾ ਹੈ। ਸੋ ਸਭ ਤੋਂ ਵੱਡੀ ਗੱਲ ਕਿ ਜੇ ਤੁਸੀਂ ਵਿਕਸਿਤ ਕਰਨਾ ਹੈ ਤਾਂ ਕਿਸੇ ਖਿੱਤੇ ਨੂੰ, ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਨੂੰ ਵਿਕਸਿਤ ਕਰਨ ਲਈ ਤੁਹਾਨੂੰ ਜਲੰਧਰ ਦੇ ਵਿੱਚ ਕੋਈ ਇੰਡਸਟਰੀ ਲਾਉਣੀ ਪਊਗੀ, ਤੁਹਾਨੂੰ ਆਈਟੀ ਹੱਬ ਬਣਾਉਣ ਦੀ ਗੱਲ ਕਰਨੀ ਪੈਣੀ ਆ। ਚੀਜ਼ਾਂ ਜਿਹੜੀਆਂ ਨੇ ਇਸ ਪੂਰੇ ਅੰਮ੍ਰਿਤਸਰ ਤੋਂ ਜਲੰਧਰ ਦੇ ਦਰਮਿਆਨ 'ਚ ਬਹੁਤ ਕੁਝ ਵਾਪਰ ਸਕਦਾ ਹੈ, ਬਹੁਤ ਕੁਝ ਡਿਵੈਲਪ ਕੀਤਾ ਜਾ ਸਕਦਾ ਹੈ। ਲੇਕਿਨ ਕੇਜਰੀਵਾਲ ਅੰਮ੍ਰਿਤਸਰ ਵੱਲ ਕੰਢ ਕਰਕੇ, ਜਾਂ ਸ਼ਾਇਦ ਉਹ ਇੱਥੋਂ ਦੀ ਭੂਗੋਲਿਕ ਪਰਿਸਥਿਤੀਆਂ ਨੂੰ ਸਮਝਦੇ ਹੀ ਨਹੀਂਗੇ, ਸਿਰਫ ਬਿਆਨ ਦੇਣ ਦੀ ਖਾਤਰ ਬਿਆਨ ਦੇਣ ਦੀਆਂ ਗੱਲਾਂ ਨੇ। ਜਾਂ ਉਹਨਾਂ ਨੂੰ ਦੱਸਿਆ ਗਿਆ ਕਿ ਦੁਆਬੇ ਦੇ ਲੋਕ ਵਿਦੇਸ਼ਾਂ 'ਚ ਬੜੇ ਵੱਸਦੇ ਆ, ਦੁਆਬੇ ਦੇ ਲੋਕ ਤਾਂ ਦਿੱਲੀੋਂ ਜਾ ਕੇ ਚੜ੍ਹਦੇ ਆ, ਅੰਮ੍ਰਿਤਸਰ ਤੋਂ ਆ ਕੇ ਚੜ੍ਹਦੇ ਆ, ਅੰਮ੍ਰਿਤਸਰ ਨਾਲ ਉਹਨਾਂ ਦੀ ਜਾਨ ਬਹੁਤ ਸੌਖੀ ਹੋਈ ਹੈ। ਸੋ ਕੇਜਰੀਵਾਲ ਸਾਹਿਬ ਨੂੰ ਅਜੇ ਪੰਜਾਬ ਨੂੰ ਸਮਝਣ ਲਈ ਸ਼ਾਇਦ ਦੇਰ ਲੱਗੂਗੀ। ਜੇਕਰ ਤੁਸੀਂ
ਸੁਖਬੀਰ ਬਾਦਲ ਤੇ ਵੀ ਇਹੀ ਇਲਜ਼ਾਮ ਲਾਉਣਾ ਚਾਹੋ ਤੇ ਉਹਨਾਂ ਨੇ ਚੰਡੀਗੜ੍ਹ ਦੇ ਇੰਟਰਨੈਸ਼ਨਲ 에ਅਰਪੋਰਟ ਨੂੰ ਪ੍ਰਮੋਟ ਕਰਨ ਤੇ ਪੂਰਾ ਜ਼ੋਰ ਲਾ ਰੱਖਿਆ। ਅੰਮ੍ਰਿਤਸਰ ਸਾਹਿਬ ਦੇ 에ਅਰਪੋਰਟ ਵੱਲ ਉਹਨਾਂ ਨੇ ਨਜ਼ਰ ਮੈਂ ਮਾਫੀ ਮੰਗ ਕੇ ਕਹੂੰਗਾ ਕਿ ਉਹਨਾਂ ਨੇ ਕੰਡ ਕਰੀ ਰੱਖੀ ਹੈ। ਸੋ ਇਹ ਕੇਜਰੀਵਾਲ ਦੀਆਂ ਗਲਤੀਆਂ ਦੇ ਨਾਲ ਜੇ ਹੁਣ ਅੱਗੇ ਚੱਲੀਏ, ਇਹਦੇ ਉੱਤੇ ਮੇਰੇ ਖਿਆਲ ਤੁਹਾਡੀ ਟਿੱਪਣੀ ਜੇ ਤੁਸੀਂ ਚਾਹੋ ਤਾਂ ਦੇ ਸਕਦੇ ਹੋ, ਲੇਕਿਨ ਇਹਦੇ 'ਚ ਇੱਕ ਚੀਜ਼ ਬਹੁਤ ਅਹਿਮ ਆ ਕਿ ਅੱਜ ਜਿਹੜਾ ਉੱਥੇ ਘਮਸਾਨ ਚੰਡੀਗੜ੍ਹ ਮੱਚਿਆ ਉਹਦੇ ਤੇ ਤੁਹਾਡੀ ਟਿੱਪਣੀ ਜ਼ਿਆਦਾ ਅਹਿਮ ਹੋਊਗੀ। ਆ ਜਿਹੜਾ ਐਸਕੇ ਸਥਾਨਾਂ ਨੂੰ ਲੈ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਕਹਿ ਰਿਹਾ ਵੀ ਤੁਸੀਂ ਵਿਕਰਮ ਮਜੀਠੀਆ ਨੂੰ ਫਸਾਉਣਾ ਚਾਹੁੰਦੇ ਹੋ, ਉਹ ਸਾਫ਼-ਸਾਫ਼ ਨਾਵਾਂ ਤੇ ਗੱਲ ਹੁਣ ਆ ਗਈ ਹੈ। ਹੁਣ ਕੋਈ ਓਲੇ ਹੀ ਨਹੀਂ ਰਹੇ। ਹੁਣ ਉਹ ਕਹਿ ਰਿਹਾ ਕਿ ਤੁਸੀਂ ਨਵਾਂ ਬੰਦਾ ਲੱਭ ਰਹੇ ਹੋ। ਫਿਰ ਉਹ ਚੰਨੀ ਨੂੰ ਸਵਾਲ ਪੁੱਛਦੇ ਆ ਵੀ ਤੁਸੀਂ ਵਿਕਰਮ ਮਜੀਠੀਆ ਨੂੰ ਕਿਸ ਕੇਸ ਵਿੱਚ ਫੜਨਾ ਚਾਹੁੰਦੇ ਹੋ, ਇਹ ਤਾਂ ਅਪਰਾਧ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਤੇ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਵੀ ਮੈਂ ਚੰਡੀਗੜ੍ਹ ਪਹੁੰਚਣ ਵਾਲਾ, ਅਸੀਂ ਇਸ ਕੇਸ ਦੀ ਜਾਂਚ ਕਰਾਵਾਂਗੇ ਕਿ ਪੱਤਰ ਲੀਕ ਕਿਹਨੇ ਕੀਤਾ। ਮੈਨੂੰ ਹੁਣ ਤੇ ਟਿੱਪਣੀ ਦਿਓ, ਇਹ ਲੜਾਈ ਕਿੱਥੇ ਮੁੱਕੂਗੀ ਵੀ ਕਿ ਨਹੀਂ, ਜਾਂ ਸਿਰਫ ਚੋਣਾਂ ਲਈ ਮਾਹੌਲ ਗਰਮ ਕਰਨ ਦਾ ਮਸੌਦਾ ਬਣ ਕੇ ਰਹਿ ਜਾਊਗੀ? ਰੰਧਾਵਾ ਜੀ, ਪਹਿਲੇ ਮੈਂ ਗੱਲ ਕਰਨਾ ਚਾਹਾਂਗਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਦੀ ਗੱਲ ਤੁਸੀਂ ਕੀਤੀ ਹੈ ਜੀ। ਇੰਟਰਨੈਸ਼ਨਲ 에ਅਰਪੋਰਟ ਜਲੰਧਰ ਵਿੱਚ ਬਣੇਗਾ, ਇਹ ਗੱਲ ਪਹਿਲੀ ਵਾਰ ਨਹੀਂ ਹੋਈ। ਕੇਜਰੀਵਾਲ ਉਹਨਾਂ ਨੇ ਬੇਸ਼ੱਕ ਇਹ ਪਹਿਲੀ ਵਾਰ ਕੀਤੀ ਹੋਈ ਨਹੀਂ ਹੈ। ਤੁਹਾਨੂੰ ਯਾਦ ਹੋਏਗਾ ਜਦ ਆਈਕੇ ਗੁਜਰਾਲ ਉਹਨਾਂ ਇਲੈਕਸ਼ਨ ਲੜੇ ਸੀਗੇ ਔਰ ਇੱਥੋਂ ਇਲੈਕਸ਼ਨ ਲੜ ਕੇ ਪ੍ਰਧਾਨ ਮੰਤਰੀ ਬਣੇ ਸੀਗੇ ਤੇ ਉਹਨਾਂ ਨੇ ਵੀ ਜਲੰਧਰ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਬਣਾਉਣ ਦੀ ਗੱਲ ਕੀਤੀ ਸੀ। ਉਹਦੇ ਵਾਸਤੇ ਜ਼ਮੀਨ ਵੀ ਐਕਵਾਇਰ ਹੋ ਗਈ ਸੀਗੀ। ਜਿਹੜੀ ਅੱਜ ਕਪੂਰਥਲਾ ਰੋਡ ਤੇ ਸਾਇੰਸ ਸਿਟੀ ਬਣੀ ਹੋਈ ਹੈ, ਇਹ ਬੇਸਿਕਲੀ ਜ਼ਮੀਨ ਐਕਵਾਇਰ ਹੋਈ ਸੀਗੀ 에ਅਰਪੋਰਟ ਵਾਸਤੇ, ਔਰ ਉਹਦੇ ਨਾਲ ਹੀ ਜਿਹੜਾ ਪੀਟੀਯੂ ਬਣਿਆ ਹੋਇਆ ਹੈ, ਇਹ ਸਾਰੀ ਜ਼ਮੀਨ ਈਅਰਮਾਰਕ ਸੀਗੀ, ਪਰ ਉਹ 에ਅਰਪੋਰਟ ਤੇ ਬਣ ਨਹੀਂ ਪਾਇਆ। ਫਿਰ ਭਾਜਪਾ ਨੇ ਜਿਹੜੀ ਉਡਾਨ ਸਕੀਮ ਸੀਗੀ ਉਹਦੇ ਅੰਤਰਗਤ ਜਿਹੜਾ ਆਦਮਪੁਰ 에ਅਰਪੋਰਟ ਹੈ ਉਹਦੇ ਵਿੱਚੋਂ ਡੋਮੈਸਟਿਕ ਫਲਾਈਟ ਸ਼ੁਰੂ ਕਰਾਉਣ ਦੀ ਗੱਲ ਕੀਤੀ ਸੀਗੀ, ਪਰ ਚਲੋ ਉਹਨੂੰ ਅਸਲੀ ਜਾਮਾਂ ਤੇ ਪਹਿਨਾਇਆ ਗਿਆ ਤੇ ਕੁਝ ਦਿਨਾਂ ਤੱਕ ਫਲਾਈਟ ਚੱਲੀ ਵੀ, ਹਜੇ ਵੀ ਚੱਲਦੀ ਹੈ ਪਰ ਕਾਫੀ ਦਿਨਾਂ ਤੋਂ ਬੰਦ ਪਈ ਹੈ। ਉਹ ਫਲਾਈਟ ਜਿਹੜੀ ਦਿੱਲੀ ਜਾਂਦੀ ਸੀਗੀ ਉਹ ਤਕਰੀਬਨ ਰੋਜ਼ ਫੁੱਲ ਜਾਂਦੀ ਸੀਗੀ। ਔਰ ਹੁਣ ਜੇ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਲੰਧਰ ਦੇ ਵਿੱਚ ਜਾਂ ਜਲੰਧਰ ਦੇ ਆਸ-ਪਾਸ ਐਨਆਰਆਈਜ਼ ਬਹੁਤ ਨੇ ਤੇ ਜੇ ਇਹਨਾਂ ਨੂੰ ਆਪਾਂ ਇੰਟਰਨੈਸ਼ਨਲ ਫਲਾਈਟ ਦੀ ਗੱਲ ਕਰਕੇ ਰੁਝਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੰਟਰਨੈਸ਼ਨਲ ਫਲਾਈਟ ਨੂੰ ਜਾਂ ਇੰਟਰਨੈਸ਼ਨਲ 에ਅਰਪੋਰਟ ਨੂੰ ਬਣਾਉਣ ਦਾ ਅਧਿਕਾਰ ਉਹ ਨਾਰਮਲੀ ਹੁੰਦਾ ਹੈ ਕੇਂਦਰ ਸਰਕਾਰ ਕੋਲ, ਔਰ ਉਹਦੇ ਵਿੱਚ ਸੂਬੇ ਦੀ ਸਰਕਾਰ ਸਿਰਫ ਰਿਕਮੈਂਡ ਕਰ ਸਕਦੀ ਹੈ, ਪਰ ਉਹ 에ਅਰਪੋਰਟ ਬਣੇਗਾ ਜਾਂ ਨਹੀਂ ਬਣੇਗਾ ਉਹਦਾ ਫੈਸਲਾ ਕੇਂਦਰ ਸਰਕਾਰ ਲੈਂਦੀ ਹੁੰਦੀ ਹੈ। ਪਰ ਇਸ ਡਿਸੀਜਨ, ਇਸ ਅਨਾਉਂਸਮੈਂਟ ਦੇ ਰਾਹੀਂ ਉਹਨਾਂ ਨੂੰ ਐਨਆਰਆਈਜ਼ ਨੂੰ ਲੁਭਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਇਹ ਕੋਸ਼ਿਸ਼ ਕਿੰਨੀ ਕੁ ਕਾਮਯਾਬ ਹੋਏਗੀ, ਕਿਉਂਕਿ ਇਸ ਮੰਗ ਦੇ ਉੱਤੇ, ਇਸ ਗੱਲ ਦੇ ਉੱਤੇ ਪਹਿਲੇ ਹੀ ਜਲੰਧਰ ਵਾਸੀ ਕਾਫੀ ਟਾਈਮ ਤੋਂ, ਜਦ ਅਸੀਂ ਜਲੰਧਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਪੂਰੇ ਦੁਆਬੇ ਦੀ ਕਰਦੇ ਹਾਂ, ਦੁਆਬੇ ਦੇ ਵਾਸੀ ਇਸ ਗੱਲ ਦੀ ਅਨਾਉਂਸਮੈਂਟ ਦੇ ਉੱਤੇ ਪਹਿਲੇ ਵੀ ਕਈ ਵਾਰ ਠੱਗੇ ਜਾ ਚੁੱਕੇ ਨੇ ਤੇ ਇੱਕ ਵਾਰ ਹੋਰ ਠੱਗੇ ਜਾਣ ਦੀ ਉਮੀਦ ਹੈਗੀ ਹੈ, ਕਿਉਂਕਿ ਐਦਾਂ ਦੀ ਕਵਾਇਦ ਲੱਗਦੀ ਨਹੀਂ, ਐਦਾਂ ਦੀ ਫਿਜ਼ੀਬਿਲਿਟੀ ਜਦ ਵੀ ਚੈੱਕ ਕੀਤੀ ਗਈ ਹੈ ਵਾਇਬਿਲਿਟੀ, ਉਹਦੇ ਵਿੱਚ ਨੈਗੇਟਿਵ ਰਿਸਪੌਂਸ ਹੀ ਆਇਆ ਕੇਂਦਰ ਸਰਕਾਰ ਦੀ ਐਵੀਏਸ਼ਨ ਮਿਨਿਸਟਰੀ ਤੋਂ। ਹੁਣ ਗੱਲ ਰਹੀ ਅਸਥਾਨਾ ਸਾਹਿਬ ਦੀ। ਅੱਛਾ, ਇੱਕ ਚੀਜ਼ ਇਹਦੇ ਚ ਜ਼ਰੂਰ ਐਡ ਕਰ ਦਈਏ ਕਿ ਅਸੀਂ ਮੈਂ ਜਲੰਧਰ ਚ ਬਹੁਤ ਸਾਲਾਂ ਤੱਕ ਦੂਰਦਰਸ਼ਨ, ਲਗਭਗ 2000 ਔਨਵਰਡ ਮੈਂ 16-17 ਸਾਲ ਦੂਰਦਰਸ਼ਨ ਚ ਹਫ਼ਤੇ ਚ 3 ਦਿਨ ਜਾਂਦਾ ਰਿਹਾ। ਜਲੰਧਰ ਸਭ ਤੋਂ ਖੂਬਸੂਰਤ ਸ਼ਹਿਰ ਹੁੰਦਾ ਸੀ, ਉਹਦਾ ਹੁਣ ਉਹਨਾਂ ਵਿਕਾਸ ਨਹੀਂ ਹੋ ਸਕਿਆ। ਉੱਥੋਂ ਦੇ ਲੀਡਰ ਜਾਂ ਸਰਕਾਰਾਂ ਦਾ ਨਜ਼ਰੀਆ ਕਿਉਂ ਮੈਨੂੰ ਸਮਝ ਨਹੀਂ ਆਈ। ਮੈਂ ਇਹ ਸਮਝਦਾ ਹੈ ਕਿ ਕਿਸੇ ਦੂਜੀ ਜਗ੍ਹਾ ਦੀ ਕਾਸਟ ਉੱਤੇ ਕੋਈ ਨਵਾਂ ਕੰਮ ਕਰਨਾ ਸ਼ਾਇਦ ਉਹਨਾਂ ਜਾਇਜ਼ ਨਹੀਂ ਹੁੰਦਾ। ਉੱਥੋਂ ਡੋਮੈਸਟਿਕ ਫਲਾਈਟਸ ਤੁਸੀਂ ਕਿੰਨੀਆਂ ਵੱਧ ਸ਼ੁਰੂ ਕਰ ਸਕਦੇ ਹੋ, ਇਹ ਬੜਾ ਅਹਿਮ ਆ। ਜਲੰਧਰ ਤੋਂ ਤੁਸੀਂ ਦਿੱਲੀ ਤੱਕ ਕਿੰਨੀਆਂ ਫਲਾਈਟਸ ਦੇ ਸਕਦੇ ਹੋ, ਇਹ ਕਨੈਕਟੀਵਿਟੀ ਬੜੀ ਜ਼ਰੂਰੀ ਹੈ। ਲੇਕਿਨ ਪੰਜਾਬ ਦੇ ਵਿੱਚ ਦੋ ਧਰੋਆਂ ਤੇ ਜੇ ਚੰਡੀਗੜ੍ਹ ਔਰ ਅੰਮ੍ਰਿਤਸਰ ਦੇ 에ਅਰਪੋਰਟ ਦੋਨਾਂ ਨੂੰ ਹੀ ਤੁਸੀਂ ਚਾਲੂ ਹਾਲਤ ਵਿੱਚ ਰੱਖਣਾ, ਕਿੰਨੇ ਮੁਸਾਫਰ ਡੇਲੀ ਆਉਂਦੇ ਆ, ਕਿੰਨੀਆਂ ਫਲਾਈਟਸ ਇੱਥੋਂ ਆਪਰੇਟ ਹੁੰਦੀਆਂ, ਇਹ ਦੇਖਣਾ ਬਹੁਤ ਅਹਿਮ ਆ। ਦਿੱਲੀ ਦੇ ਪ੍ਰਾਈਵੇਟ 에ਅਰਪੋਰਟ ਨੇ ਪੰਜਾਬ ਵਿਚਲੇ ਅੰਮ੍ਰਿਤਸਰ ਦੇ 에ਅਰਪੋਰਟ ਨੂੰ ਵਧਣ ਫੁੱਲਣ ਹੀ ਨਹੀਂ ਦਿੱਤਾ। ਉੱਥੋਂ ਦੇ ਪ੍ਰਾਈਵੇਟ ਪਲੇਅਰ ਅੰਮ੍ਰਿਤਸਰ ਆਉਣ ਹੀ ਨਹੀਂ ਦਿੰਦੇ। ਭਰੀ ਹੋਈ ਫਲਾਈਟ ਜਿਹੜੀ ਆ ਉਹ ਉਤਰ ਜਾਂਦੀ ਹੈ ਦਿੱਲੀ ਦੇ ਵਿੱਚ, ਲੋਕ ਪੰਜਾਬ ਦੇ ਹੁੰਦੇ ਆ, ਉੱਥੋਂ ਮੁੜ ਕੇ ਫਿਰ ਡੋਮੈਸਟਿਕ ਫਲਾਈਟਸ ਲੈ ਕੇ ਲੋਕ ਅੰਮ੍ਰਿਤਸਰ ਪਹੁੰਚਦੇ ਆ। ਲੇਕਿਨ ਸਾਰਾ ਆਸਾਨ ਹੈ ਕਿ ਜੇ ਤੁਸੀਂ ਡਾਇਰੈਕਟ ਯੂਰਪ ਤੋਂ ਆਉਣਾ ਹੋਵੇ ਤੇ ਅੱਧਾ ਘੰਟਾ ਘੱਟ ਟਰੈਵਲ ਕਰਨਾ ਪਊਗਾ ਉਹਨਾਂ ਲੋਕਾਂ ਨੂੰ, ਉਹ ਘੰਟਾ ਜ਼ਿਆਦਾ ਕਰਦੇ ਆ। ਪਹਿਲਾਂ ਅੰਮ੍ਰਿਤਸਰ ਤੋਂ ਉੱਡ ਕੇ ਸਿੱਧੇ ਦਿੱਲੀ ਪਹੁੰਚਦੇ ਆ ਤੇ ਫਿਰ ਦਿੱਲੀੋਂ ਅੰਮ੍ਰਿਤਸਰ ਨੂੰ ਉੱਡਦੇ ਆ। ਦੇਖੋ ਇਹ ਕਿੱਡੀ ਜ਼ਿਆਦਤੀ ਹੈ। ਮੈਂ ਇਸ ਗੱਲ ਤੇ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਜੇ ਇਹਦੀ ਫਿਜ਼ੀਬਿਲਿਟੀ ਚੈੱਕ ਕਰਦੇ ਜਾਂ ਇਹਦੀ ਪ੍ਰੈਕਟੀਕੈਲਿਟੀਜ਼ ਨੂੰ ਦੇਖਦੇ ਤਾਂ ਸ਼ਾਇਦ ਇਸ ਵਿਚਕਾਨਾ ਗੱਲਾਂ ਤੋਂ ਬਚਿਆ ਜਾ ਸਕਦਾ ਹੈ।
ਅੰਮ੍ਰਿਤਸਰ ਸਾਹਿਬ ਦੇ 에ਅਰਪੋਰਟ ਨੂੰ ਪ੍ਰਮੋਟ ਕਰਕੇ, ਇੱਥੋਂ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਕੇ ਤੁਸੀਂ ਅੰਮ੍ਰਿਤਸਰ ਨਹੀਂ ਪੂਰੇ ਪੰਜਾਬ ਦੀ ਮਦਦ ਕਰ ਸਕਦੇ ਹੋ। ਔਰ ਖਾਸ ਤੌਰ ਤੇ ਸਿੱਖੀ ਦੇ ਇਸ ਵੱਡੇ ਸਥਾਨ ਨੂੰ ਤੁਸੀਂ ਦੁਨੀਆ ਭਰ ਦੇ ਵਿੱਚ ਟੂਰਿਜ਼ਮ ਦੇ ਹੱਬ ਵਜੋਂ ਵਿਕਸਿਤ ਵੀ ਕਰ ਸਕਦੇ ਹੋ, ਰੈਵਨਿਊ ਵੀ ਆ ਸਕਦਾ ਹੈ। ਖੈਰ ਤੁਸੀਂ ਅਸਥਾਨਾ ਸਾਹਿਬ ਦੀ ਗੱਲ ਕਰਨ ਲੱਗੇ ਸੀ, ਜਿਹੜੇ ਕਿ ਅਜੇ ਸ਼ਾਇਦ ਠੀਕ ਨਹੀਂ ਹੋਏ। ਰੰਧਾਵਾ ਜੀ, ਜਿਸ ਤਰੀਕੇ ਨਾਲ ਜਿਹੜੇ ਡਰੱਗ ਕੇਸਾਂ ਦੇ ਉੱਤੇ ਨਵੀਂ ਰਾਜਨੀਤੀ ਸ਼ੁਰੂ ਹੋਈ ਹੈ, ਕਿਉਂਕਿ ਇਹ ਕੋਸ਼ਿਸ਼ ਤੇ ਕਾਫੀ ਟਾਈਮ ਤੋਂ ਅਕਾਲੀ ਦਲ ਨੇ ਹੀ ਇਹਨਾਂ ਗੱਲਾਂ ਨੂੰ ਫੈਲਾ ਕੇ ਕਰਤੀ ਸੀ ਕਿ ਬੜੀ ਛੇਤੀ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਹੋ ਸਕਦਾ ਹੈ। ਔਰ ਉਸ ਤੋਂ ਬਾਅਦ ਇੱਕ ਅਸਥਾਨਾ ਉਹਨਾਂ ਦਾ ਲੈਟਰ ਲੀਕ ਹੁੰਦਾ ਹੈ, ਜਿਹਦੇ ਵਿੱਚ ਕਾਫੀ ਕੁਐਸਚਨ ਉਠਾਏ ਜਾਂਦੇ ਨੇ, ਪਰ ਉਹਨਾਂ ਸਵਾਲਾਂ ਦਾ ਜਵਾਬ ਵੀ ਉਸ ਲੈਟਰ ਦੇ ਵਿੱਚ ਹੀ ਹੈ। ਕਿਉਂਕਿ ਇਹ ਗੱਲ ਬਹੁਤ ਵਾਰ ਸਾਹਮਣੇ ਆ ਚੁੱਕੀ ਹੈ ਕਿ ਕੋਰਟ ਨੇ, ਹਾਈ ਕੋਰਟ ਨੇ, ਮਾਨਯੋਗ ਹਾਈ ਕੋਰਟ ਨੇ ਕਦੀ ਵੀ ਸਰਕਾਰ ਨੂੰ ਇਸ ਵਾਸਤੇ ਮਨਾ ਨਹੀਂ ਕੀਤਾ ਕਿ ਤੁਸੀਂ ਆਪਣੀ ਫਰਦਰ ਇਨਵੈਸਟੀਗੇਸ਼ਨ ਕਰੋ। ਜਿਹੜਾ ਅਨੁਰਾਗ ਅਗਰਵਾਲ ਵਾਲਾ ਲੈਟਰ ਸੀਗਾ ਹਰਪ੍ਰੀਤ ਸਿੱਧੂ ਉਹਨਾਂ ਨੂੰ, ਉਹਦੇ ਵਿੱਚ ਵੀ ਹਰਪ੍ਰੀਤ ਸਿੱਧੂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਅੱਗੇ ਤੁਸੀਂ ਕੀ ਐਕਸ਼ਨ ਲਿੱਤਾ ਤੇ ਕਿਉਂ ਨਹੀਂ ਇਨਵੈਸਟੀਗੇਸ਼ਨ ਕੀਤੀ। ਹੁਣ ਤੇ ਇਹ ਗੱਲਾਂ ਦੂਜੇ ਪਾਸੇ ਹੀ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਤਕਰੀਬਨ 10 ਤੋਂ 15 ਦਿਨ ਰਹਿ ਗਏ ਨੇ ਕੋਡ ਲੱਗਣ ਦੇ ਵਿੱਚ, ਤੇ ਇਹਨਾਂ ਗੱਲਾਂ ਦੇ ਰਾਹੀਂ ਟਾਈਮ ਪਾਸ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਸਰਕਾਰ ਵੀ ਇਨਵੋਲਵ ਹੈ, ਆਪੋਜੀਸ਼ਨ ਪਾਰਟੀ ਵੀ ਇਨਵੋਲਵ ਹੈ, ਔਰ ਜਿਹੜੀ ਰਲੇ ਮਿਲੇ ਹੋਣ ਦੀ ਰਾਜਨੀਤੀ ਦੇ ਆਰੋਪ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਲੱਗਦੇ ਸੀਗੇ, ਇਹ ਵੀ ਉਸ ਰਾਜਨੀਤੀ ਦਾ ਵੀ ਇੱਕ ਹਿੱਸਾ ਹੈਗਾ ਕਿ ਕਦੀ ਲੈਟਰ ਲੀਕ ਹੋ ਜਾਂਦਾ ਹੈ, ਜਿਸ ਪਾਸੇ ਤੁਰਨਾ ਹੈ ਉਸ ਪਾਸੇ ਤੁਰਨ ਦੀ ਬਜਾਏ ਗੱਲ ਕਿਸੇ ਹੋਰ ਪਾਸੇ ਹੀ ਤੁਰ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਸ਼ੋਰ ਮਚਾਉਂਦੇ ਸੀਗੇ, ਅੱਜ ਉਹ ਚੋਣ ਕਮੇਟੀ ਦੇ ਚੇਅਰਮੈਨ ਬਣ ਚੁੱਕੇ ਨੇ, ਉਹ ਆਪਣੀ ਐਕਟੀਵਿਟੀਜ਼ ਦੇ ਵਿੱਚ ਜ਼ਿਆਦਾ ਬਿਜ਼ੀ ਹੈਗੇ ਹੈ, ਔਰ ਉਹਨਾਂ ਨੇ ਅਸਥਾਨਾ ਦੇ ਲੈਟਰ ਲੀਕ ਹੋਣ ਦੇ ਮੁੱਦੇ ਤੇ ਇੱਕ ਵਾਰ ਵੀ ਆਪਣਾ ਕੋਈ ਬਿਆਨ ਨਹੀਂ ਦਿੱਤਾ। ਯਾਨੀ ਜਿਹੜੇ ਜਿਹੜੇ ਪੋਲੀਟੀਸ਼ੀਅਨ ਇਹਨਾਂ ਮੁੱਦਿਆਂ ਨੂੰ ਚੱਕ ਰਹੇ ਸੀਗੇ, ਉਹ ਹੁਣ ਕੁਝ ਹੋਰ ਗੱਲਾਂ ਕਰ ਰਹੇ ਹੈ। ਡੇਰਾ ਬਾਬਾ ਨਾਨਕ ਜਾ ਕੇ ਸੁਖਬੀਰ ਬਾਦਲ ਕਹਿੰਦੇ ਨੇ ਜੇ ਸਾਡੀ ਸਰਕਾਰ ਆਈ ਤੇ ਅਸੀਂ ਹੋਮ ਮਿਨਿਸਟਰ ਜਿਹੜੇ ਅੱਜ ਦੇ ਹੈਗੇ ਨੇ ਉਹਨਾਂ ਨੂੰ ਅੰਦਰ ਕਰ ਦਾਂਗੇ। ਹੋਮ ਮਿਨਿਸਟਰ ਕਹਿੰਦੇ ਨੇ ਮੈਂ ਚੰਡੀਗੜ੍ਹ ਚਲਿਆ, ਇਹ ਅਸਥਾਨਾ ਉਹਨਾਂ ਦਾ ਲੈਟਰ ਜਿਹੜਾ ਲੀਕ ਹੋਇਆ ਇਹਦੇ ਉੱਤੇ ਮੈਂ ਛੇਤੀ ਐਕਸ਼ਨ ਲੈ ਕੇ ਅਸੀਂ ਜਿਹੜੇ ਵੀ ਡਰੱਗ ਦੇ ਵੱਡੀ ਮੱਛੀਆਂ ਹੈਗੀਆਂ ਉਹਨਾਂ ਨੂੰ ਬੜੀ ਛੇਤੀ ਅੰਦਰ ਕਰ ਦਾਂਗੇ। ਬੇਅਦਬੀਆਂ ਦੇ ਜਿਹੜੇ ਆਰੋਪੀ ਹੈਗੇ ਨੇ ਉਹਨਾਂ ਨੂੰ ਛੱਡਾਂਗੇ ਨਹੀਂ। ਦਿਨ ਕਿੰਨੇ ਰਹਿ ਗਏ ਨੇ? 10 ਜਾਂ 15। 10-15 ਦਿਨਾਂ ਦੇ ਵਿੱਚ ਇੰਨੇ ਵੱਡੇ ਵੱਡੇ ਮਸਲੇ, ਜਿਨ੍ਹਾਂ ਮਸਲਿਆਂ ਦਾ ਹੱਲ ਕੀ ਗੱਲ ਅੱਗੇ ਵੀ ਤੁਰਦੀ ਹੋਈ ਨਜ਼ਰ ਨਹੀਂ ਆਈ ਪਿਛਲੇ 3-3.5 ਸਾਲਾਂ ਦੇ ਵਿੱਚ, ਉਹਨਾਂ ਨੂੰ ਤੁਸੀਂ 5-10-15 ਦਿਨਾਂ ਦੇ ਵਿੱਚ ਕਿੱਦਾਂ ਪੂਰਾ ਕਰ ਦੋਗੇ? ਉਹ ਵੀ ਤਦ ਜਦ ਤੁਹਾਡੇ ਅਫਸਰ ਛੁੱਟੀ ਤੇ ਜਾਣਾ ਸ਼ੁਰੂ ਹੋ ਗਏ ਔਰ ਉਹ ਓਪਨਲੀ ਲੈਟਰ ਲਿਖ ਕੇ ਉਹ ਲੈਟਰ ਲੀਕ ਕਰਾ ਕੇ, ਹੁਣ ਜਿੰਨੇ ਵੀ ਕਰਾਇਆ ਲੀਕ ਸਾਨੂੰ ਨਹੀਂ ਪਤਾ, ਪਰ ਇਹਦੇ ਵਿੱਚ ਸਰਕਾਰ ਵੀ ਇਨਵੋਲਵ ਹੋ ਸਕਦੀ ਹੈ, ਕਿਉਂਕਿ ਇਹਦੇ ਰਾਹੀਂ ਲੋਕਾਂ ਨੂੰ ਸਮਝਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਮਜੀਠੀਆ ਉਹਨਾਂ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਜੇ ਅੱਜ ਐਕਸ਼ਨ ਲਿੱਤਾ ਜਾਂਦਾ ਹੈ ਤੇ ਕੋਰਟਾਂ ਦੇ ਰਾਹੀਂ ਉਹਨਾਂ ਨੂੰ ਬੜੀ ਛੇਤੀ, ਤੇ ਜਿੱਦਾਂ ਸੁਮੇਰ ਸੈਣੀ ਉਹਨਾਂ ਨੂੰ ਜਿਹੜੀ ਰਿਲੀਫ ਮਿਲਿਆ ਸੀਗਾ, ਉਦਾਂ ਦਾ ਰਿਲੀਫ ਕਿਸੇ ਵੀ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਨੂੰ ਮਿਲ ਸਕਦਾ ਹੈ ਜਿਨ੍ਹਾਂ ਦੇ ਖਿਲਾਫ ਬਿਆਨਬਾਜ਼ੀ ਅਖਬਾਰਾਂ ਦੇ ਵਿੱਚ ਜਾਂ ਸਿਆਸੀ ਸਟੇਜਾਂ ਤੋਂ ਹੋ ਰਹੀ। ਜਾਂਦੇ ਜਾਂਦੇ ਮੈਨੂੰ ਇਹ ਜ਼ਰੂਰ ਦੱਸਿਓ ਕਿ ਸਿੱਧੂ ਔਰ ਤੁਹਾਡੇ ਸ਼ਹਿਰ ਵਾਲੇ ਹਰਭਜਨ ਸਿੰਘ, ਮੈਨੂੰ ਇਹ ਵੀ ਪਤਾ ਕਿ ਹਰਭਜਨ ਸਿੰਘ ਨਾਲ ਤੁਹਾਡੇ ਤਾਲੁਕਾਤ ਬੜੇ ਪੁਰਾਣੇ ਆ, ਉਹਨਾਂ ਦੇ ਸ਼ੁਰੂਆਤੀ ਦਿਨਾਂ ਤੋਂ ਉਹਨਾਂ ਨਾਲ ਜੁੜੇ ਹੋਏ ਹੋ ਤੁਸੀਂ। ਇਹ ਪਹਿਲਾਂ ਅਫਵਾਹ ਉੱਡਦੀ ਹੈ ਹਰਭਜਨ ਸਿੰਘ ਦੀ ਕਿ ਉਹ ਬੀਜੇਪੀ 'ਚ ਜਾਣਗੇ, ਉਹ ਉਸ ਅਫਵਾਹ ਨੂੰ ਖਾਰਜ ਕਰਦੇ ਆ। ਅੱਜ ਉਹ ਸਿੱਧੂ ਨਾਲ ਫੋਟੋ ਖਿਚਾ ਲੈਂਦੇ ਆ। ਸਿੱਧੂ ਸਾਹਿਬ ਇਹਨੂੰ ਬੜਾ ਸੰਭਾਵਨਾਵਾਂ ਵਾਲੀ ਫੋਟੋ ਦੱਸਦੇ ਆ ਕਿ ਹਰਭਜਨ ਸਿੰਘ ਕਾਂਗਰਸ ਜੁਆਇਨ ਕਰ ਜਾਣਗੇ। ਦੂਜੀ ਗੱਲ, ਤੇ ਕੱਲ ਨੂੰ ਸਿੱਧੂ ਸਾਹਿਬ ਨੇ ਉਸ ਵੱਡੀ ਮੀਟਿੰਗ ਦੀ ਅਗਵਾਈ ਕਰਨੀ ਆ ਚੋਣ ਕਮੇਟੀ ਵਾਲੀ ਦੀ, ਜਿਹਦੇ 'ਚ ਪੰਜਾਬ ਦੇ ਸਾਰੇ ਹੀ ਧਨੰਤਰ ਨੇ ਕਾਂਗਰਸ ਦੇ, ਸੁੱਖ ਸਾਂਦ ਨਾਲ ਡਿੱਬ ਜੂ। ਕੱਲੇ ਸਿੱਧੂ ਸਾਹਿਬ ਬੋਲਣਗੇ ਜਾਂ ਬਾਕੀਆਂ ਨੂੰ ਵੀ ਸੁਣਨਗੇ, ਜਾਂ ਕੱਲ ਮੌਨ ਰੱਖਣਗੇ, ਦੂਜਿਆਂ ਦੀ ਨੁਕਤਾ ਨਜ਼ਰ ਦੇਖਣਗੇ? ਕੀ ਕਹਿੰਦੇ ਹੋ? ਦੇਖੋ, ਕੱਲ ਦਾ ਦਿਨ ਸਿੱਧੂ ਸਾਹਿਬ ਵਾਸਤੇ ਬੜਾ ਵੱਡਾ ਹੈ। ਉਹ ਚੇਅਰਮੈਨ ਜ਼ਰੂਰ ਨੇ ਉਸ ਕਮੇਟੀ ਦੇ, ਪਰ ਜਿਹੜੇ ਬਾਕੀ 29-30 ਬੰਦੇ ਹੈਗੇ ਨੇ ਉਹ ਵੀ ਸਾਰੇ ਘਾਤ ਬੰਦੇ ਨੇ। ਸਿੱਧੂ ਸਾਹਿਬ ਚੇਅਰਮੈਨ ਬਣ ਕੇ ਜੋ ਕੁਝ ਕਰਨਾ ਚਾਹੁੰਦੇ ਨੇ, ਜੋ ਕੁਝ ਕਹਿਣਾ ਚਾਹੁੰਦੇ ਨੇ, ਉਹ ਕਰ ਪਾਉਣਗੇ? ਇਹਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਹੈਗਾ। ਸਿੱਧੂ ਸਾਹਿਬ ਮਾਫੀਆ ਨੂੰ ਖਤਮ ਕਰਨ ਦੀ ਗੱਲ ਕਰਦੇ ਆ, ਔਰ ਇਹ ਗੱਲ ਸੱਚ ਹੈ ਕਿ ਅੱਜ ਵੀ ਜਿੰਨੇ ਵੀ ਕਾਂਗਰਸ ਦੇ ਐਮਐਲਏ ਹੈਗੇ ਆ, ਉਹਨਾਂ ਵਿੱਚੋਂ ਬਹੁਤ ਸਾਰੇ ਐਮਐਲਏ ਭਾਵੇਂ ਰੇਤ ਮਾਫੀਆ ਦਾ ਹਿੱਸਾ ਹੋਣ ਜਾਂ ਫਿਰ ਲਿਕਵਰ ਕਾਰਪੋਰੇਸ਼ਨ ਦੀ ਗੱਲ ਜਿਹੜੀ ਕਰਦੇ ਆ ਸਿੱਧੂ ਸਾਹਿਬ ਕਿ ਮਾਫੀਆ ਨੂੰ ਅਸੀਂ ਖਤਮ ਕਰਾਂਗੇ, ਉਸ ਮਾਫੀਆ ਦੇ ਵੀ ਕਾਫੀ ਲੋਕ ਹਿੱਸਾ ਨੇ। ਅਸੀਂ ਕਿਸੇ ਦਾ ਨਾਂ ਤੇ ਨਹੀਂ ਕਰ ਸਕਦੇ, ਪਰ ਇਸ ਮਾਫੀਆ ਨੂੰ ਬਤੌਰ ਚੋਣ ਕਮੇਟੀ ਦੇ ਚੇਅਰਮੈਨ ਬਣ ਕੇ ਕੀ ਉਹਨਾਂ ਦੀ ਟਿਕਟ ਕੱਟ
ਕਰਾਂਗੇ ਕਿ ਇਹ ਬੜਾ ਮੁਸ਼ਕਿਲ ਹੈਗਾ ਇਮਾਨਦਾਰੀ ਦੇ ਨਾਲ ਇੱਕ ਜੀ। ਬੇਈਮਾਨਾਂ ਦਾ ਢਿੱਲਾ ਚਲਾਣਾ। ਔਰ ਹੂੰ ਬੇਈਮਾਨ ਉਹ ਇਸ ਕਰਕੇ ਕਿ ਜੇ ਤੁਸੀਂ ਇਨਵੈਸਟੀਗੇਸ਼ਨ ਕਰਕੇ ਦੇਖ ਲਓ, ਤੁਹਾਨੂੰ ਬਹੁਤ ਹੂੰ ਸਾਰੇ ਬੰਦੇ ਭਾਵੇਂ ਡਾਇਰੈਕਟਲੀ ਰੇਤੇ ਦੇ ਕਾਰੋਬਾਰ ਦੇ ਨਾਲ ਤਾਲੁਕਾਤ ਨਾ ਵੀ ਰੱਖਦੇ ਹੋਣ, ਪਰ ਉਹਨੂੰ ਹੂੰ ਪ੍ਰੋਟੈਕਸ਼ਨ ਦਿੰਦੇ ਹੀ ਹੈਗੇ ਨੇ। ਤੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਸਾਰੇ ਲੋਕ ਜੀ। ਉਹ ਸਿੱਧੂ ਸਾਹਿਬ, ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਣ ਤੋਂ ਬਾਅਦ ਕੀ ਉਹਨਾਂ ਨੂੰ ਟਿਕਟ ਦੇਣ ਜਾਂ ਦੀਵਾਨ ਦੇ ਵਿੱਚ ਕਾਮਯਾਬ ਹੋਣਗੇ, ਇਹ ਇੱਕ ਬੜਾ ਵੱਡਾ ਸਵਾਲ ਸਿੱਧੂ ਸਾਹਿਬ ਦੇ ਸਾਹਮਣੇ ਖੜਾ ਹੈ। ਜੇਕਰ ਤੁਸੀਂ ਸਾਰੇ ਹਾਲਾਤ ਨੂੰ ਦੇਖਣਾ ਹੋਵੇ, ਨਵਜੋਤ ਸਿੰਘ ਸਿੱਧੂ ਅੱਜ ਕੰਪੇਨ ਕਮੇਟੀ ਦੀ ਮੀਟਿੰਗ 'ਚ ਹਿੱਸਾ ਬਣਦੇ ਆ। ਇੱਕ ਪਾਸੇ ਉਹਨਾਂ ਦੇ ਨਾਲ ਚੰਨੀ ਬੈਠੇ ਸੀ, ਨਾਲ ਉਹਨਾਂ ਦੇ ਹਰੀਸ਼ ਚੌਧਰੀ ਵੀ ਬੈਠੇ ਸੀ, ਦੂਜੇ ਬੰਨੇ ਟੇਬਲ ਦੇ ਜਾਖੜ ਸਾਹਿਬ ਮੇਰੇ ਖਿਆਲ ਪ੍ਰਜਾਈਡ ਕਰ ਰਹੇ ਸੀਗੇ। ਤੇ ਉਸ ਤੋਂ ਬਾਅਦ ਜਿਹੜਾ ਸਿੱਧੂ ਸਾਹਿਬ ਦਾ ਆਪਣਾ ਇੱਕ ਬਿਆਨ ਹੈ, ਬਿਆਨ ਨਹੀਂ, ਉਹਨਾਂ ਦੇ ਫੇਸਬੁੱਕ ਦੇ ਉੱਤੋਂ ਜੋ ਦਾਅਵਾ ਕੀਤਾ ਗਿਆ ਵੀ ਉਹਦੇ 'ਚ ਮੈਂ ਮੀਟਿੰਗ 'ਚ ਸ਼ਾਮਲ ਹੋਇਆ, ਉਹਦੇ 'ਚ ਜਾਖੜ ਸਾਹਿਬ ਦਾ ਬਹੁਤਾ ਜ਼ਿਕਰ ਨਹੀਂ ਕੀਤਾ, ਨਾਂ ਨਹੀਂ ਲਿਆ ਗਿਆ। ਕਿ ਅਜੇ ਤੱਕ ਆਪਸ ਵਿੱਚ ਸਹਿਮਤੀ ਨਹੀਂ ਬਣੀ, ਅਜੇ ਤੱਕ ਆਪਸ ਦੇ ਵਿੱਚ ਖੁੱਲ ਕੇ ਜਿਹੜੀ ਗਲਵੱਕੜੀ ਵਾਲੀ ਗੱਲ ਉਹ ਨਹੀਂ ਬਣ ਸਕੀ। ਅਜੇ ਵੀ ਪੁਰਾਣੇ ਦਰਦ ਰਿਸਦੇ ਆ, ਅਜੇ ਵੀ ਜਾਖੜ ਸਾਹਿਬ ਨੂੰ ਇਹ ਲੱਗਦਾ ਵੀ ਮੈਂ ਮੁੱਖ ਮੰਤਰੀ ਬਣਦਾ ਸਿੱਧੂ ਕਰਕੇ ਰਹਿ ਗਿਆ। ਤੇ ਸਿੱਧੂ ਦੇ ਉੱਤੇ ਜਾਖੜ ਸਾਹਿਬ ਨੇ ਕਈ ਵਾਰੀ ਆਪਣੇ ਵਿਅੰਗ ਕੀਤੇ ਨੇ। ਇਹਦਾ ਮਤਲਬ ਹੈ ਅਜੇ ਸਭ ਅੱਛਾ ਨਹੀਂ, ਇੱਕੋ ਪੇਜ ਤੇ ਹੁੰਦਿਆਂ ਹੋਇਆਂ ਵੀ ਦੂਰੀਆਂ ਨੇ। ਕੀ ਕਹਿੰਦੇ ਹੋ? ਬਿਲਕੁਲ ਬਿਲਕੁਲ, ਹਜੇ ਟਾਈਮ ਲੱਗੂਗਾ ਰੰਧਾਵਾ ਜੀ, ਰਾਤੋਂ ਰਾਤ ਸ਼ਾਂਤੀ ਨਹੀਂ ਹੁੰਦੀ। ਕੱਲ ਦੀ ਚੋਣ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਯੂਨਿਟੀ ਬਣੀ ਰਹਿੰਦੀ ਹੈ ਜਾਂ ਫਿਰ ਹਜੇ ਹੋਰ ਇੰਤਜ਼ਾਰ ਕਰਨਾ ਪਏਗਾ? ਕੱਲ ਤੱਕ ਦਾ ਇੰਤਜ਼ਾਰ ਕਰੋ ਫਿਲਹਾਲ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।